ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਭਾਰਤ ਦੇ ਭ੍ਰਿਸ਼ਟ ਰਾਸ਼ਟਰੀ ਸਿਸਟਮ ਵਿੱਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਇੱਕ ਸਾਫ਼ ਹਵਾ ਦੇ ਬੁੱਲੇ ਵਾਂਗ ਉੱਭਰੀ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਰਿਮਾਰਕੇਬਲ ਸਕਸੈਸ ਨੇ ਕਾਂਗਰਸ ਤੇ ਬੀਜੇਪੀ ਦੋਨਾਂ ਪਾਰਟੀਆਂ ਨੂੰ ਵਕਤ ਪਾ ਦਿੱਤਾ ਹੈ। ਪਾਰਲੀਮੈਂਟ ਚੋਣਾਂ ਵਿੱਚ ਤੇ ਬਾਕੀ ਭਾਰਤ ਵਿੱਚ ਆਮ ਆਦਮੀ ਪਾਰਟੀ ਕੋਈ ਸੀਟ ਨਹੀਂ ਜਿੱਤ ਸਕੀ, ਪਰ ਪੰਜਾਬ ਵਿੱਚ 4 ਪਾਰਲੀਮੈਂਟ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣੇ ਝੰਡੇ ਗੱਡੇ। ਕਿਉਂਕਿ ਆਮ ਆਦਮੀ ਪਾਰਟੀ ਕਰਪਟ ਸਿਸਟਮ ਦੇ ਖਿਲਾਫ ਇੱਕ ਅਚਾਨਕ ਉਭਾਰ ਸੀ, ਪਰ ਇਸ ਨੂੰ ਇੱਕ ਸ਼ਕਤੀਸ਼ਾਲੀ ਪਾਰਟੀ ਦੇ ਰੂਪ ਵਿੱਚ ਪੰਜਾਬ ਵਿੱਚ ਜਥੇਬੰਦ ਕਰਨ ਦੀ ਜ਼ਿੰਮੇਵਾਰੀ ਪਾਰਟੀ ਨੇ ਸਰਦਾਰ ਸੁੱਚਾ ਸਿੰਘ ਛੋਟੇਪੁਰ ਜੀ ਨੂੰ ਦਿੱਤੀ ਹੈ, ਜਿਨ੍ਹਾਂ ਨੂੰ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਕਨਵੀਨਰ ਬਣਾਇਆ ਗਿਆ ਹੈ। ਸਰਦਾਰ ਛੋਟੇਪੁਰ ਸਮੇਂ-ਸਮੇਂ ਅੱਡ-ਅੱਡ ਮੁੱਦਿਆਂ ਤੇ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੁੰਦੇ ਰਹਿੰਦੇ ਹਨ ਅਤੇ ਕਨਵੀਨਰ ਬਣਨ ਤੋਂ ਬਾਅਦ ਪਹਿਲੀ ਵਾਰ ਉਹ ਸਾਰੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਨ। ਵੀਅਰਸ, ਅਸੀਂ ਉਹਨਾਂ ਤੋਂ ਹੁਣੇ ਹੀ ਭਾਰਤ ਦੇ ਵਿੱਚ ਹੋਈਆਂ ਉਪ ਚੋਣਾਂ, ਕਸ਼ਮੀਰ ਵਿੱਚ ਲਹਿਰਾਂ, ਸਕਾਟਲੈਂਡ ਦੇ ਰੈਫਰੈਂਡਮ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਭਵਿੱਖ ਦੇ ਏਜੰਡੇ ਅਤੇ ਕਾਰਨਾਮਿਆਂ ਸੰਬੰਧੀ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ। ਤਾਂ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਪੰਜਾਬ ਤੋਂ ਸਰਦਾਰ ਛੋਟੇਪੁਰ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਫਸਟ ਆਫ ਆਲ ਆਈ ਵੁੱਡ ਲਾਈਕ ਟੂ ਸੇ ਕਿ ਤੁਹਾਡੀ ਪਾਰਟੀ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ, ਤੁਹਾਨੂੰ ਕਨਵੀਨਰ ਬਣਾਇਆ। ਪਾਰਲੀਮੈਂਟ ਚੋਣਾਂ ਵਿੱਚ ਪੰਜਾਬ ਵਿੱਚ ਤੁਸੀਂ 4 ਸੀਟਾਂ ਜਿੱਤੀਆਂ ਸੀ, ਪਰ ਪਿਛਲੀਆਂ ਉਪ ਚੋਣਾਂ ਵਿੱਚ ਪਟਿਆਲਾ ਤੇ ਤਲਵੰਡੀ ਸਾਬੋ ਸੀਟਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਸਾਰੀਆਂ ਜ਼ਬਤ ਹੋਈਆਂ ਨੇ। ਪਾਰਟੀ ਨੂੰ ਪੰਜਾਬ ਵਿੱਚ ਆਰਗੇਨਾਈਜ਼ ਕਰਨ ਅਤੇ ਭਵਿੱਖ ਦੇ ਏਜੰਡੇ ਸੰਬੰਧੀ ਤੁਸੀਂ ਕੀ ਪਲਾਨ ਰੱਖੇ ਨੇ, ਇਸ ਬਾਰੇ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਠੀਕ ਹੈ ਜੀ। ਪਹਿਲੀ ਜਿਹੜਾ ਜਿੱਥੇ ਤੱਕ ਉਪ ਚੋਣਾਂ ਦਾ ਸੰਬੰਧ ਸੀਗਾ, ਉਹਦੇ ਵਿੱਚ ਸਾਡੀ ਹਾਰ ਦਾ ਜਿਹੜਾ ਕਾਰਨ ਹੈ ਜੀ, ਉਹ ਕੇਵਲ ਇਹ ਹੈ ਕਿ ਅਸੀਂ ਉਹ ਇਲੈਕਸ਼ਨ ਹਾਫ ਹਾਰਟਲੀ ਲੜੀਆਂ ਨੇ। ਪਾਰਟੀ ਨੇ ਫੈਸਲਾ ਕੀਤਾ ਸੀ ਕਿ ਜਿਹੜੀਆਂ ਬਾਈ ਇਲੈਕਸ਼ਨ ਨੇ, ਹਾਂਜੀ, ਇਹ ਮੋਸਟਲੀ ਸਰਕਾਰਾਂ ਹੀ ਜਿੱਤਦੀਆਂ ਹੁੰਦੀਆਂ, ਜਿਹੜੀਆਂ ਉਸ ਵੇਲੇ ਦੀਆਂ ਗਵਰਨਮੈਂਟ ਉਹਦੇ ਹੱਕ 'ਚ ਫਤਵਾ ਜਾਂਦਾ ਜੀ। ਸਾਡੇ ਕੋਲ ਪਹਿਲਾਂ ਆਪਣਾ ਜਥੇਬੰਦਕ ਢਾਂਚਾ ਨਹੀਂ ਸੀ, ਸਾਡੇ ਕੋਲ ਸਾਧਨ ਨਹੀਂ ਸੀ। ਹਾਂਜੀ, ਅਸੀਂ ਸਾਰੇ ਸੋਚਦੇ ਸੀ ਵੀ ਮਨੀ ਪਾਵਰ ਮਸਲ ਪਾਵਰ ਦਾ ਇਹਨਾਂ 2 ਇਲੈਕਸ਼ਨਾਂ 'ਚ ਬੜਾ ਖੁੱਲਾ ਇਸਤੇਮਾਲ ਹੋਣਾ ਤੇ ਅਸੀਂ ਇਲੈਕਸ਼ਨਾਂ ਨਹੀਂ ਲੜਨੀਆਂ ਜੀ। ਪਰ 11 ਸਾਲ ਤੇ ਜਦੋਂ ਡੇਟਾ ਡਿਕਲੇਅਰ ਹੋਈਆਂ, ਕੁਝ ਸਾਡੇ ਜਿਹੜੇ ਆਪਣੇ ਸਾਥੀ ਸੀਗੇ ਉਹਨਾਂ ਨੇ ਸਾਨੂੰ ਇਸ ਲਈ ਫੋਰਸ ਕੀਤਾ ਵੀ ਤੁਸੀਂ ਇਲੈਕਸ਼ਨ ਜ਼ਰੂਰ ਲੜੋ ਜੀ। ਹਾਫ ਹਾਰਟਲੀ ਅਸੀਂ ਇਲੈਕਸ਼ਨ ਲੜੇ ਸੀ, ਵਿੱਚ ਕੈਂਡੀਡੇਟ ਵੀ ਰਿਪਲੇਸ ਕਰਨਾ ਪਿਆ। ਅਸੀਂ ਉਹਨਾਂ ਸੀਟਾਂ ਤੇ ਸਾਡੇ ਜਥੇਬੰਦਕ ਢਾਂਚੇ ਨਾ ਹੋਣ ਕਾਰਨ ਅਸੀਂ ਕੋਈ ਕੰਮ ਨਹੀਂ ਸੀ ਕਰ ਸਕੇ। ਹਾਂਜੀ, ਇਸ ਕਰਕੇ ਉਹਨਾਂ ਇਲੈਕਸ਼ਨਾਂ ਦੇ ਵਿੱਚ ਰਿਜ਼ਲਟ ਜਿਹੜਾ ਆਇਆ ਜੀ, ਉਹ ਕੋਈ ਹੈਰਾਨੀ ਕੋਈ ਨਹੀਂ ਸੀ। ਮੈਨੂੰ ਤੇ ਇਹੀ ਆਸ ਸੀ ਕਿ ਰਿਜ਼ਲਟ ਇਸੇ ਤਰ੍ਹਾਂ ਦਾ ਜਾਊਗਾ ਜੀ। ਪਰ ਮੈਂ ਇਹਨਾਂ ਇਲੈਕਸ਼ਨਾਂ ਨੂੰ ਕਿਸੇ ਪਾਰਟੀ ਦੇ ਭਵਿੱਖ ਦਾ ਨਹੀਂ ਸਮਝਦਾ ਕਿ ਪਰਮਾਨੈਂਟ ਇਹ ਕਿਸੇ ਪਾਰਟੀ ਦਾ ਫਿਊਚਰ ਹੈ। ਹਾਂਜੀ, ਕਿਉਂਕਿ ਬਾਈ ਇਲੈਕਸ਼ਨ ਦੇ ਵਿੱਚ ਦੇਖੀਦਾ ਜਦੋਂ ਪੰਜਾਬ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿ 2013 ਚ ਲਾਸਟ ਦੇ ਵਿੱਚ ਮੋਗੇ ਦੇ ਵਿੱਚ ਇਲੈਕਸ਼ਨ ਹੋਈ ਸੀ। ਹਾਂਜੀ, ਜਿਸ ਬੰਦੇ ਨੂੰ ਬਾਦਲ ਸਾਹਿਬ ਨੇ ਕਾਂਗਰਸ ਤੋਂ ਆ ਕੇ ਤੇ ਇਸ ਪਾਸੇ ਅਕਾਲੀ ਦਲ ਚ ਲਿਆਂਦਾ ਸੀ, ਹਾਂਜੀ, ਉਹਦਾ ਨਾਮ ਸੀ ਜੈਨ ਜੀ। ਜਦੋਂ ਬਾਈ ਇਲੈਕਸ਼ਨ ਹੋਈ ਤੇ ਉਹ ਸੀਟ ਤੇ ਇਹਨਾਂ ਨੇ ਤਾਕਤ ਦੀ ਖੁੱਲੀ ਵਰਤੋਂ ਕੀਤੀ ਤੇ ਉਹ ਸੀਟ ਜਿਹੜੀ ਇਹਨਾਂ ਨੇ ਮੇਰਾ ਖਿਆਲ ਹੈ ਕਿ 22,000 ਦੇ ਮਾਰਜਨ ਨਾਲ ਜਿੱਤ ਲਈ ਸੀ ਜੀ। ਉਸ ਵੇਲੇ ਆਮ ਆਦਮੀ ਪਾਰਟੀ ਨਹੀਂ ਸੀ ਬਣੀ ਹੋਈ। ਹਾਂਜੀ, 5-4 ਮਹੀਨੇ ਬਾਅਦ ਜਦੋਂ ਬਾਈ ਆਪਣੇ ਜਨਰਲ ਇਲੈਕਸ਼ਨ ਆਈਆਂ ਪਾਰਲੀਮੈਂਟ ਦੀਆਂ, ਹਾਂਜੀ, ਆਮ ਆਦਮੀ ਪਾਰਟੀ ਇਲੈਕਸ਼ਨ ਲੜ ਰਹੀ ਸੀ। ਉਹ ਸੀਟ ਜਿਹੜੀ ਬਾਦਲ ਸਾਹਿਬ ਨੇ 22,000 ਵੋਟਾਂ ਦੇ ਮਾਰਜਨ ਨਾਲ ਜਿੱਤੀ ਸੀ ਜੀ। ਉਹੀ ਸੀਟ ਅਸੀਂ 50,000 ਦੇ ਮਾਰਜਨ ਨਾਲ 5 ਮਹੀਨੇ ਬਾਅਦ ਹਾਂਜੀ, ਆਮ ਆਦਮੀ ਪਾਰਟੀ ਨੇ ਜਿੱਤੀ ਮੋਗੇ ਦੀ ਸੀਟ। ਹਾਂਜੀ। ਇਸ ਕਰਕੇ ਇਹ ਕਹਿਣਾ ਵੀ ਇਹ ਸਾਡਾ ਕੋਈ ਭਵਿੱਖ ਦਾ ਪੱਕੀ ਗਰੰਟੀ ਹੋ ਗਈ ਇਹਨਾਂ ਦੀ ਕਿ ਸਾਡੀ ਪਾਰਟੀ ਕਮਜ਼ੋਰ ਹੋ ਗਈ ਤੇ ਸਟਰੋਂਗ ਹੋ ਗਿਆ, ਉਹ ਬਿਲਕੁਲ ਗਲਤ ਆ ਜੀ, ਜੀ, ਬਿਲਕੁਲ। ਦੂਸਰਾ, ਇਹਨਾਂ ਇਲੈਕਸ਼ਨਾਂ ਦੇ ਵਿੱਚ 2 ਪਾਰਟੀਆਂ ਜਿਹੜੀ ਰੂਲਿੰਗ ਪਾਰਟੀ ਤੇ ਆਪੋਜੀਸ਼ਨ, ਇਹਨਾਂ ਦੀ ਦੋਵਾਂ ਦੀ ਅੰਡਰਸਟੈਂਡਿੰਗ ਸੀ। ਦੋਵੇਂ ਤਗੜੇ ਬੰਦੇ ਆ ਜੀ, ਇੱਕ ਜਗੀਰਦਾਰ ਹੈ ਤੇ ਦੂਜਾ ਰਾਜਾ ਹੈ। ਹਾਂਜੀ, ਦੋਵਾਂ ਦੇ ਵਿੱਚ ਇੱਕ ਸਮਝੌਤਾ ਹੋ ਚੁੱਕਾ ਸੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਵੀ ਆਮ ਆਦਮੀ ਪਾਰਟੀ ਜਿੰਨੀ ਤੇਜ਼ੀ ਦੇ ਨਾਲ ਜਿੰਨੇ ਸ਼ਾਰਟ ਟਾਈਮ ਦੇ ਵਿੱਚ ਅੱਗੇ ਆਈ ਹੈ, ਹਾਂਜੀ, ਤੇ ਆਮ ਆਦਮੀ ਪਾਰਟੀ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਆਈ ਹੈ ਜੀ, ਉਹਦੇ ਨਾਲ ਸਾਡੇ ਵਾਸਤੇ ਪ੍ਰੋਬਲਮ ਕ੍ਰੀਏਟ ਹੋਊਗੀ ਤਾਂ ਆਪਾਂ ਦੋਵੇਂ ਅੰਡਰਸਟੈਂਡਿੰਗ ਦੇ ਨਾਲ ਇਹਨੂੰ ਆਊਟ ਕਰਨ ਦੀ ਕੋਸ਼ਿਸ਼ ਕਰੀਏ ਕਿਸੇ ਤਰ੍ਹਾਂ। ਜੀ। ਇਹਨਾਂ ਦੋਵਾਂ ਪਾਰਟੀਆਂ ਸਮਝੌਤਾ ਸੀ। ਬਾਦਲ ਸਾਹਿਬ ਨੇ ਸੰਗਤ ਦਰਸ਼ਨ ਬਠਿੰਡੇ 'ਚ ਕੀਤੇ, ਜੀ, ਖੁੱਲਾ ਪੈਸਾ ਵੰਡਿਆ, ਹਾਂਜੀ, ਸਾਰੀ ਮਨੀ ਤੇ ਮਸਲ ਪਾਵਰ ਉੱਥੇ ਇਸਤੇਮਾਲ ਕੀਤੀ। ਹਾਂਜੀ, ਸਾਰੇ MLA, ਵਜ਼ੀਰ, ਚੇਅਰਮੈਨ, ਸ਼੍ਰੋਮਣੀ ਕਮੇਟੀ ਦੇ ਮੈਂਬਰ ਜੋ
ਦਾਰੂ ਸਿੱਕਾ ਪਿਆਉਣ ਵਾਲੇ, ਸ਼ਰਾਬਾਂ ਪਿਆਉਣ ਵਾਲੇ ਗੁੰਡੇ ਸਾਰੇ ਉਹਨੇ ਬਠਿੰਡੇ 'ਚ ਇਕੱਠੇ ਕਰ ਲਏ ਜੀ। ਤੇ ਪਟਿਆਲੇ ਵਾਲੀ ਸੀਟ ਜਿਹੜੀ ਹੈ ਹਾਂਜੀ, ਉਹਦੇ ਤੇ ਬਾਦਲ ਇੱਕ ਦਿਨ ਨਹੀਂ ਗਿਆ। ਹਾਂਜੀ, ਕੈਪਟਨ ਅਮਰਿੰਦਰ ਸਿੰਘ ਕੀ ਮਿਸਟਰ ਰਿਹਾ, ਬਠਿੰਡੇ ਵਿੱਚ ਉਹਦੀ ਬਰਾਦਰੀ ਹੈ, ਬਠਿੰਡੇ ਤੋਂ ਕਦੀ MLA ਦੇ ਬਣਿਆ ਸੀ, ਜੀ, ਉਹ ਇੱਕ ਦਿਨ ਇੱਥੇ ਨਹੀਂ ਆਇਆ। ਹਾਂਜੀ, ਇਹਨਾਂ ਦੋਵਾਂ ਨੇ ਅੰਡਰਸਟੈਂਡਿੰਗ ਕਰਕੇ ਤੇ ਉਹ ਸੀਟ ਦੋਵਾਂ ਨੇ ਆਪਸ ਚ ਸਮਝੌਤਾ ਕੀਤਾ ਹੋਇਆ ਸੀ। ਹਾਂਜੀ, ਇਸ ਕਰਕੇ ਇਹਨਾਂ ਦਾ ਰਿਜ਼ਲਟ ਜਿਹੜਾ ਇਸੇ ਤਰ੍ਹਾਂ ਦਾ ਹੀ ਆਉਣਾ ਸੀ। ਬਾਕੀ ਮੈਂ ਫਿਰ ਵੀ ਸਮਝਣਾ ਹਾਂਜੀ, ਕਿ ਅਸੀਂ ਸੀਟ ਬਦਲਣ ਦੇ ਬਾਵਜੂਦ ਵੀ ਬਠਿੰਡੇ ਵਿੱਚ ਜੀ, 20,000 ਦੇ ਕਰੀਬ ਅਸੀਂ ਵੋਟ ਲੈ ਗਏ, ਜਦੋਂ ਕਿ ਅਸੀਂ ਪਾਰਲੀਮੈਂਟ ਦੀ ਇਲੈਕਸ਼ਨ ਵਿੱਚ ਉੱਥੋਂ ਅਸੀਂ 16,000 ਵੋਟ ਖਰੀ ਸੀ। ਜੀ, ਕੈਂਡੀਡੇਟ ਦੇ ਦੋਏ ਰਾਮਲਾ ਕੇ ਆਪਣੇ ਸੀ ਨਾ, ਹਾਂਜੀ, ਅਲਕਾਰ ਵੀ ਤੇ ਬੀਬੀ ਪ੍ਰੋਫੈਸਰ ਬਲਜਿੰਦਰ ਕੌਰ ਵੀ, ਜੀ, ਬਿਲਕੁਲ, ਉਹ ਅਸੀਂ ਹਾਰ ਨਹੀਂ ਸਮਝੇ। ਹਾਂਜੀ, ਜਿਹੜੀ ਪਟਿਆਲੇ ਦੇ ਵਿੱਚ ਆ ਉਹ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਵੀ ਸਾਡੀ ਇਸ ਚੀਜ਼ ਦੀ ਕਮਜ਼ੋਰੀ ਸੀ ਕਿ ਅਸੀਂ ਡਬਲ ਮਾਈਂਡਡ ਇਲੈਕਸ਼ਨ ਲੜੀ, ਉਹਦੇ ਵਾਸਤੇ ਸਾਡਾ ਵਰਕ ਨਹੀਂ ਹੋਇਆ। ਹਾਂਜੀ, ਜੇ ਡਾਕਟਰ ਦਲਬੀਰ ਸਿੰਘ ਵਰਗਾ ਕੈਂਡੀਡੇਟ ਉੱਥੇ ਖੜਦਾ, ਜੀ, ਬਲਬੀਰ ਸਿੰਘ, ਉਹ ਵੀ ਸੀਟ ਸਾਡੀ ਕੰਟੈਸਟ ਸੀਗੀ। ਜੇ ਅਸੀਂ ਜਿੱਤਦੇ ਨਾ ਤਾਂ ਬਹੁਤ ਨੈਰੋ ਮਾਰਜਨ ਤੇ ਲੂਜ਼ ਕਰਦੇ। ਹਾਂਜੀ, ਮੈਂ ਇਹਨੂੰ ਆਪਣੀ ਹਾਰ ਨਹੀਂ ਸਮਝਦਾ, ਕੋਈ ਇਹ ਐਸੀ ਗੱਲ ਨਹੀਂ ਜੀ, ਆਉਣ ਵਾਲੇ ਸਮੇਂ 'ਚ ਅਸੀਂ ਆਪਣਾ ਜਥੇਬੰਦਕ ਢਾਂਚਾ ਵੀ ਮਜ਼ਬੂਤ ਕਰਾਂਗੇ। ਬਿਲਕੁਲ ਜੀ। Thank you so much ਵੀਰ ਜੀ, ਥੈਂਕ ਯੂ ਸੋ ਮਚ ਫॉर ਦਿਸ ਡਿਟੇਲਸ। ਆਈ ਜਸਟ ਲਾਈਕ ਟੂ ਆਸਕ ਯੂ, ਜਿਸ ਤਰ੍ਹਾਂ ਤੁਸੀਂ ਪਾਰਟੀ ਦੇ ਕਨਵੀਨਰ ਹੋ, ਜਿਸ ਤਰ੍ਹਾਂ ਪੰਥਕ ਹਲਕਿਆਂ ਵਿੱਚ ਇਹ ਮਹਿਸੂਸ ਕੀਤਾ ਜਾਂਦਾ ਕਿ ਬੇਸ਼ੱਕ ਆਮ ਆਦਮੀ ਪਾਰਟੀ ਜਿਹੜੀ ਆ ਕਰਪਸ਼ਨ ਫੋਰਸ ਸੁਸਾਇਟੀ ਲਈ ਵਚਨਬੱਧ ਹੈ, ਪਰ ਪੰਜਾਬ ਨਾਲ ਵਿਸ਼ੇਸ਼ਕਰ ਸਿੱਖ ਕੌਮ ਦੇ ਜਿਹੜੇ ਸੰਬੰਧਿਤ ਮੁੱਦਿਆਂ ਨੇ ਉਹਨਾਂ ਦੇ ਮੂੰਹ ਵੱਟਦੀ ਹੈ। ਬੀਇੰਗ ਅ ਸਿੱਖ, ਬੀਇੰਗ ਅ ਕਨਵੀਨਰ ਆਫ ਦਿਸ ਪਾਰਟੀ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਇਹ ਇਕੱਲੇ ਕੋਈ ਵੀ ਪਾਰਟੀ ਇਸ ਦੇਸ਼ ਦੇ ਵਿੱਚ ਇੱਕ ਕਮਿਊਨਿਟੀ ਦੀ ਗੱਲ ਕਰਕੇ ਸਰਵਾਈਵ ਨਹੀਂ ਕਰ ਸਕਦੀ। ਅਸੀਂ ਤਾਂ ਜਨਰਲੀ ਇਹ ਕਿ ਜਿੰਨੇ ਕਰਪਸ਼ਨ ਸਾਡਾ ਮੁੱਦਾ ਹੈ, ਅਸੀਂ ਕਰਪਸ਼ਨ ਦੇ ਅਗੇਂਸਟ ਲੜ ਰਹੇ ਹਾਂ। ਅਸੀਂ ਕਿਸੇ ਮਾੜੇ ਬੰਦੇ ਨੂੰ ਪਾਰਟੀ ਦੇ ਵਿੱਚ ਫੀਲਡ ਨਹੀਂ ਕਰਾਂਗੇ। ਹਾਂਜੀ। ਦੂਸਰਾ ਇਹ ਹੈ ਵੀ ਇੱਥੇ ਬੇਰੁਜ਼ਗਾਰੀ ਆ, ਨਸ਼ੇ ਆ, ਕੋਈ ਕਾਨੂੰਨ ਦਾ ਰਾਜ ਨਹੀਂ ਹੈ, ਕੋਈ ਬੰਦਾ ਆਪਣੇ ਆਪ ਨੂੰ ਇੱਥੇ ਸੇਫ ਫੀਲ ਨਹੀਂ ਕਰਦਾ ਜੀ। ਪੰਜਾਬ ਦੇ ਵਿੱਚ ਕੋਈ ਬੰਦਾ ਇਨਵੈਸਟਮੈਂਟ ਕਰਕੇ ਰਾਜੀ ਨਹੀਂ, ਇੰਡਸਟਰੀ ਇੱਥੋਂ ਮਾਈਗ੍ਰੇਟ ਹੋ ਰਹੀ ਹੈ ਜੀ। ਬੱਚਿਆਂ ਦਾ ਇੱਥੇ ਕੋਈ ਭਵਿੱਖ ਨਹੀਂ, ਬਹੁਤ ਬੱਚੇ ਨਸ਼ਿਆਂ ਤੇ ਲਾ ਦਿੱਤੇ ਆ। ਜਿਹੜਾ ਕੋਈ ਪੜ੍ਹ ਲਿਖ ਜਾਂਦਾ ਫਿਰ ਵੀ ਬੱਚਾ ਬਚ ਜਾਂਦਾ ਨਸ਼ਿਆਂ ਤੋਂ, ਤੇ ਉਹ ਇੱਥੋਂ ਮਾਈਗ੍ਰੇਟ ਹੋ ਜਾਂਦਾ, ਉਹ ਬਾਹਰ ਦੇ ਮੁਲਕਾਂ 'ਚ ਭੱਜਣ ਵਾਸਤੇ ਕਾਲਾ ਹੁੰਦਾ। ਹਾਂਜੀ। ਜਿਸ ਤਰ੍ਹਾਂ ਦਾ ਇੱਥੇ ਦਾ ਵਾਤਾਵਰਨ ਬਣਿਆ ਹੋਇਆ ਜੀ, ਇੰਨੀ ਮਹਿੰਗਾਈ ਹੈ, ਕਿਸਾਨ ਜਿਹੜਾ ਰੀੜ ਦੀ ਹੱਡੀ ਸੀ ਇੱਥੋਂ ਦੀ ਇਕਨੋਮੀ ਦਾ, ਉਹ ਖੁਦਕੁਸ਼ੀਆਂ ਕਰ ਰਿਹਾ ਰੋਜ਼, ਵਿਦਿਆਰਥੀ ਖੁਦਕੁਸ਼ੀਆਂ ਕਰ ਰਹੇ ਆ। ਇਹ ਮੁੱਦੇ ਆ ਸਾਡੇ ਮੁੱਦਾ ਕੇਵਲ ਇੱਥੋਂ ਤੱਕ ਨਹੀਂ ਕਿ ਅਸੀਂ ਇਕੱਲੇ ਸਿੱਖ ਮੁੱਦੇ ਉਠਾਉਣੇ ਆ, ਅਸੀਂ ਕਿਸੇ ਨਾਲ ਵੀ ਬੇਇਨਸਾਫੀ ਹੋਵੇ ਜੀ, ਕਿਉਂਕਿ ਸਿੱਖੀ ਦਾ ਦੇਸ਼ ਹੀ ਸਰਬੱਤ ਦਾ ਭਲਾ ਹੈ। ਹਾਂਜੀ। ਸਭ ਨੂੰ ਨਾਲ ਲੈ ਕੇ ਚੱਲਣਾ ਹੀ ਸਿੱਖੀ ਦਾ ਮੁੱਢਲੇ ਅਸੂਲਾਂ 'ਚ। ਇਸ ਕਰਕੇ ਅਸੀਂ ਜਿੱਥੇ ਕਿਸੇ ਵੀ ਕਮਿਊਨਿਟੀ ਨਾਲ ਜਾਤੀ ਹੋਊਗੀ ਉਹ ਉੱਥੇ ਅਸੀਂ ਖੜਾਂਗੇ, ਉੱਥੇ ਸਟੈਂਡ ਲਵਾਂਗੇ। ਸਾਡੇ ਪ੍ਰਧਾਨ ਨੇ ਤੁਸੀਂ ਦੇਖਿਆ ਕਿ ਦਿੱਲੀ ਦੇ ਦੰਗਿਆਂ ਵਿੱਚ ਬਾਦਲ ਹੁਣੀ ਤਾਂ ਕਿੰਨੀ ਵਾਰੀ ਸਰਕਾਰਾਂ ਬਣਾ ਬੈਠੇ ਆ। ਇਹਨਾਂ ਦਾ ਬੇਟਾ ਸੈਂਟਰ ਦੇ ਵਿੱਚ ਵਜ਼ੀਰ ਵੀ ਰਿਹਾ, ਹੁਣ ਬਹੂ ਵੀ ਵਜ਼ੀਰ ਆ। ਇਹਨਾਂ ਨੂੰ ਕਦੀ ਦਿੱਲੀ ਦੇ ਦੰਗਿਆਂ ਦਾ ਜੋ ਦਿੱਲੀ ਦੇ ਵਿੱਚ ਹੋਇਆ ਉਹਦਾ ਉਦੋਂ ਤੇ ਚੇਤਾ ਆਉਂਦਾ ਨਹੀਂ ਜਦੋਂ ਪਾਵਰ 'ਚ ਹੁੰਦੇ ਆ, ਤੇ ਜਦੋਂ ਉਹਦੇ ਤੋਂ ਦੂਰ ਹੁੰਦੇ ਆ ਉਦੋਂ ਗੱਲਾਂ ਜ਼ਰੂਰ, ਇਲੈਕਸ਼ਨ ਦੇ ਦਿਨਾਂ 'ਚ ਗੱਲਾਂ ਜ਼ਰੂਰ ਕਰਦੇ ਆ। ਕੇਜਰੀਵਾਲ ਸਾਹਿਬ ਨੇ ਤਾਂ ਅਸੀਂ ਕੋਈ ਕੇਜਰੀਵਾਲ ਤੇ ਆਪਣੀ ਕਮਿਊਨਿਟੀ ਨੇ ਕੋਈ ਪਰਟੀਕੂਲਰ ਉੱਤੇ ਅਸੀਂ ਸਹਾਨ ਨਹੀਂ ਕੀਤਾ। ਉਸ ਬੰਦੇ ਨੇ ਇਲੈਕਸ਼ਨ 'ਚ ਆਉਣ ਤੋਂ ਪਹਿਲਾਂ SIT ਬਣਾਈ ਹੈ ਜੀ ਜੀ। ਉਸ ਬੰਦੇ ਨੇ ਜਿੰਨੇ ਵੀ ਕੋਈ ਸਿੱਖ ਇਸ਼ੂ ਨੇ ਉਹ ਲਏ ਆ ਜੀ। ਬਿਲਕੁਲ ਵੀਰ ਜੀ, ਦੈਟਸ ਦੀ ਰੀਜ਼ਨ ਆਈ ਆਸਕ ਯੂ ਦਿਸ ਕੁਐਸਚਨ, ਬਿਕਾਜ਼ ਕਾਫੀ ਸਾਰੇ ਜਿਹੜੇ ਵੀਰ ਭਰਾ ਨੇ ਉਹ ਸੋਚਦੇ ਕਿ ਨਵੰਬਰ 84 ਦੇ ਵਿੱਚ ਜਿਹੜਾ ਹੋਇਆ ਸੀਗਾ, ਦੰਗੇ ਹੋਏ ਸੀ, ਬਟ ਇਟਸ ਲਾਈਕ ਅ ਨਸਲਕੁਸ਼ੀ। ਸਾਡਾ ਤਾਂ ਜੈਨੋਸਾਈਡ ਹੋਇਆ ਸੀਗਾ, ਸਾਨੂੰ ਮਾਰਿਆ ਗਿਆ ਸੀ, ਸਾਨੂੰ ਚੁਣ ਕੇ ਮਾਰਿਆ ਗਿਆ ਸੀ, ਬਿਕਾਜ਼ ਅਸੀਂ ਬਾਹਰ ਆ ਕੇ ਆਪਣੀ ਆਵਾਜ਼ ਅਸੀਂ ਬੁਲੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੈਟਸ ਦੀ ਰੀਜ਼ਨ, ਕਿਉਂਕਿ ਕਾਫੀ ਸਾਰੇ ਸਿੱਖ ਭਰਾ ਸਮਝਦੇ ਨੇ ਕਿ ਯੂ ਨੋ ਵਟ, BJP ਨੇ ਸਾਡਾ ਕੁਝ ਨਹੀਂ ਕਰਨਾ, ਅਕਾਲੀ ਦਲ ਨੇ ਸਾਡੇ ਲਈ ਕੁਝ ਨਹੀਂ ਕਰਨਾ, ਕਾਂਗਰਸ ਪਾਰਟੀ ਨੇ ਸਾਡਾ ਆਲਰੇਡੀ ਸਾਡਾ ਜੋ ਕਰਨਾ ਸੀ ਕਰ ਚੁੱਕੇ ਨੇ। ਮੇਬੀ ਇਨ ਫਿਊਚਰ ਦੇ ਆਰ ਟ੍ਰਾਈਂਗ ਟੂ ਕਨਵਰਟ BJP ਔਰ ਕਾਂਗਰਸ ਪਾਰਟੀ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕਰੇ, ਪਰ ਵੀ ਵਰ ਹੋਪਿੰਗ ਕਿ ਜਿਹੜੀ ਲਾਈਕ ਅਰਵਿੰਦ ਕੇਜਰੀਵਾਲ ਦੀ ਪਾਰਟੀ ਸੀ ਜੋ ਬਿਗਿਨਿੰਗ 'ਚ ਆਈ ਸੀ ਕਿ ਸਾਰੇ ਸਿੱਖਾਂ ਦੇ ਕੁਝ ਮੁੱਦੇ ਸਾਹਮਣੇ ਲੈ ਕੇ ਆਉਣਗੇ, ਬਟ ਲਾਈਕ ਇਨ ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੋਵੇ ਜਾਂ ਫਿਰ ਜੂਨ 84 ਦਾ ਘੱਲੂਘਾਰਾ ਹੋਵੇ ਜਾਂ ਉਸ ਤੋਂ ਬਾਅਦ ਸਾਡੇ ਫੇਕ ਐਨਕਾਊਂਟਰ, ਛੋਟੇ ਬੱਚਿਆਂ ਨੂੰ ਚੁੱਕ ਕੇ ਘਰਾਂ 'ਚੋਂ ਮਾਰ ਦਿੱਤਾ ਗਿਆ ਨਾ, ਤੇ ਕਿਸੇ ਮੁੱਦਿਆਂ ਦੇ ਉੱਪਰ ਕਦੀ ਵੀ ਅਰਵਿੰਦ ਕੇਜਰੀਵਾਲ ਸਰ ਨੇ ਕੋਈ ਗੱਲਬਾਤ ਨਹੀਂ ਕੀਤੀ। ਆਲਸੋ ਜਿੱਦਾਂ ਹੁਣ ਰੀਸੈਂਟਲੀ RSS ਦੇ ਮੁਖੀ ਨੇ ਮੋਹਨ ਭਾਗਵਤ ਨੇ ਇਹਨੇ ਸਪਸ਼ਟ ਜਵਾਬ 'ਚ ਕਹਿ ਦਿੱਤਾ ਕਿ ਜਿਹੜੇ
ਸਿੱਖ ਨੇ ਉਹ ਹਿੰਦੂਆਂ ਦੇ ਅੰਗ ਨੇ, ਇਸ ਤੇ ਵੀ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਦੈਟਸ ਦੀ ਰੀਜ਼ਨ ਕਿ ਅਸੀਂ ਇਸ ਕੁਐਸਚਨਸ ਜਿਹੜੇ ਨੇ ਤੁਹਾਨੂੰ ਪੁੱਛਦੇ ਹਾਂ, ਬਿਕੋਜ਼ ਜਿਹੜੇ ਕਾਫੀ ਭੁਲੇਖੇ ਨੇ ਸਾਹਮਣੇ ਸਾਫ਼ ਹੋ ਜਾਣ। ਪਰ ਐਨੀਵੇਜ਼ ਵੀਰ ਜੀ, ਬਿਕੋਜ਼ ਵੀ ਹੈਵ ਵੈਰੀ ਲਿਮਿਟਡ ਟਾਈਮ, ਸਾਡੇ ਕੋਲ 2 ਮਿੰਟ 3 ਮਿੰਟ ਰਹਿ ਗਏ ਨੇ। ਲੈਟਸ ਮੂਵ ਟੂ ਨੈਕਸਟ ਕੁਐਸਚਨ। ਜਿਸ ਤਰ੍ਹਾਂ 10 ਰਾਜਾਂ ਵਿੱਚ ਲੋਕ ਸਭਾ ਦੀਆਂ 3 ਅਤੇ ਵਿਧਾਨ ਸਭਾ ਦੀਆਂ 33 ਸੀਟਾਂ ਤੇ ਹੋਈਆਂ ਉਪ ਚੋਣਾਂ ਦੇ ਨਤੀਜੇ ਆ ਗਏ ਹਨ। ਇਹਨਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬੜਾ ਵੱਡਾ ਜ਼ੋਰਦਾਰ ਝਟਕਾ ਲੱਗਾ ਹੈ। 3 ਮਹੀਨੇ ਪਹਿਲਾਂ ਤੋਂ ਚੱਲ ਰਹੀ ਜਿਹੜੀ ਮੋਦੀ ਵੇਵ ਸੀ, ਲੱਗਦਾ ਕਿ ਪੁੱਠੀ ਚੱਲਣੀ ਪੈ ਗਈ ਹੋ ਗਈ ਹੈ। ਤੁਸੀਂ ਇਹਨਾਂ ਬਾਈ ਇਲੈਕਸ਼ਨ ਨਤੀਜੇ ਨੂੰ ਕਿਵੇਂ ਵੇਖਦੇ ਹੋ? ਇਸ ਦੇ ਦੂਰਅਸਲੀ ਪ੍ਰਭਾਵ ਕੀ ਹੋਣਗੇ ਤੁਹਾਡੇ ਖਿਆਲ ਦੇ ਨਾਲ? ਅੱਛਾ ਜੀ, ਤਬਦੀਲੀ ਆਉਂਦੀ ਰਹੇ, ਐਬਸੋਲੂਟ ਪਾਵਰ ਇੱਕ ਥਾਂ ਨਹੀਂ ਹੋਣੀ ਚਾਹੀਦੀ। ਜੇ ਐਬਸੋਲੂਟ ਪਾਵਰ ਇੱਕ ਥਾਂ ਆ ਜਾਂਦੀ ਹੈ ਤਾਂ ਉਹਦਾ ਸਮਾਜ ਨੂੰ, ਸਾਰੇ ਮਾਈਨੋਰਿਟੀ ਨੂੰ ਬਹੁਤ ਨੁਕਸਾਨ ਹੁੰਦਾ। ਮੈਂ ਸਮਝਦਾ ਕਿ ਇਹ ਬਹੁਤ ਚੰਗਾ ਹੋਇਆ ਕਿ ਲੋਕਾਂ ਨੇ ਜਿਹੜੀਆਂ ਸਟੇਟ ਦੇ ਵਿੱਚ ਤਬਦੀਲੀ ਲਿਆਂਦੀ ਹੈ। ਲੋਕਾਂ ਦਾ ਸਟੇਟ ਇੰਟਰਸਟ ਹੋਰ ਹੁੰਦਾ, ਸੈਂਟਰਲ ਨੈਸ਼ਨਲ ਇੰਟਰਸਟ ਲੋਕਾਂ ਦਾ ਹੋਰ ਹੁੰਦਾ। ਕਿਉਂਕਿ ਮੋਦੀ ਨੇ ਤੇ RSS ਨੇ ਪ੍ਰਚਾਰ ਹੀ ਇੰਨਾ ਕੀਤਾ ਸੀ, ਉਹਨਾਂ ਦੇ ਕੋਲ ਪੈਸਾ ਹੀ ਇੰਨਾ ਸੀ, ਉਹਨਾਂ ਦੇ ਨਾਲ ਕਾਰਪੋਰੇਟ ਹਾਊਸ ਇੰਨੇ ਜੁੜੇ ਹੋਏ ਸੀ। ਉਹਨਾਂ ਨੇ ਜਦੋਂ ਵੀ ਕੋਈ ਚੈਨਲ ਆਨ ਕਰੀਦਾ ਸੀ ਟੀਵੀ ਦੇ, ਸਾਰਿਆਂ ਚੈਨਲਾਂ ਤੇ ਮੋਦੀ ਹੁੰਦਾ ਸੀ। ਪ੍ਰਚਾਰ ਦਾ ਯੁੱਗ। ਆਪਣੀ ਪਾਰਟੀ ਨਵੀਂ ਸੀ, ਪਾਰਟੀ ਆਪਣੇ ਕੋਲ ਸਾਧਨ ਵੀ ਕੋਈ ਨਹੀਂ ਸੀ। ਆਪਣੀ ਜਿਹੜੀ ਵੀ ਮਦਦ ਕੀਤੀ ਹੈ NRI ਵੀਰਾਂ ਨੇ ਕੀਤੀ ਹੈ, ਸੋਸ਼ਲ ਮੀਡੀਆ ਨੇ, ਨੌਜਵਾਨ ਬੱਚਿਆਂ ਨੇ ਕੀਤੀ ਹੈ ਜੀ। ਤੇ ਮੈਂ ਸਮਝਦਾ ਕਿ ਬਹੁਤ ਚੰਗੀ ਗੱਲ ਹੋਈ ਹੈ ਕਿ ਬਹੁਤ ਜਲਦੀ ਜਿਹੜਾ ਮੋਦੀ ਦਾ ਜਿਹੜਾ ਬੁਖਾਰ ਆ ਲੋਕਾਂ ਨੂੰ ਉਤਰਨਾ ਸ਼ੁਰੂ ਹੋ ਗਿਆ। ਉਹਦੇ ਨਾਲ ਦੇਸ਼ ਦਾ ਵੀ ਭਲਾ ਹੋਊਗਾ, ਮਿnority ਦਾ ਵੀ ਭਲਾ ਹੋਏਗਾ। ਅੱਛੀ ਗੱਲ ਹੋਈ ਹੈ ਜੀ। ਬਿਲਕੁਲ ਵੀਰ ਜੀ, ਲੈਟਸ ਮੂਵ ਟੂ ਨੈਕਸਟ ਕੁਐਸਚਨ। ਜਿਸ ਤਰ੍ਹਾਂ 18 ਸਤੰਬਰ ਨੂੰ ਜਾਣੇ ਕਿ ਅੱਜ ਸਕਾਟਲੈਂਡ ਦੇ ਵਿੱਚ ਰੈਫਰੈਂਡਮ ਹੋ ਰਿਹਾ, ਜਿਸ ਦੇ ਵਿੱਚ ਸਕਾਟਲੈਂਡ ਦੇ ਲੋਕ ਇਹ ਫੈਸਲਾ ਕਰਨਗੇ ਕਿ ਉਹ ਇੰਗਲੈਂਡ ਦੇ ਨਾਲ ਰਹਿਣਾ ਚਾਹੁੰਦੇ ਨੇ ਜਾਂ ਫਿਰ ਆਪਣਾ ਅਲੱਗ ਦੇਸ਼ ਬਣਾਉਣਾ ਚਾਹੁੰਦੇ ਨੇ। ਤੁਸੀਂ ਇਸ ਰੈਫਰੈਂਡਮ ਦੇ ਭਾਰਤ ਦੇ ਵਿੱਚ ਆਜ਼ਾਦੀ ਲਈ ਲੜਨ ਰਹੀਆਂ ਕੌਮਾਂ ਜਿਵੇਂ ਕਿ ਸਿੱਖ ਹੋਣ, ਕਸ਼ਮੀਰ ਹੋਣ, ਨਾਗੇ ਹੋਣ ਜਾਂ ਅਸਾਮੀਆਂ ਆਦਿ ਦੇ ਸੰਘਰਸ਼ ਦੇ ਤੁਸੀਂ ਦੂਰਅਸਲੀ ਪ੍ਰਭਾਵ ਕੀ ਵੇਖਦੇ ਹੋ? ਦੇਖੋ, ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਹਮੇਸ਼ਾ ਆਜ਼ਾਦੀ ਦੀ ਗੱਲ ਸਾਡੇ ਗੁਰੂਆਂ ਪੀਰਾਂ ਤੋਂ ਇਹ ਆਜ਼ਾਦੀ ਜਿਹੜਾ ਹਰ ਮਨੁੱਖ ਦਾ ਹੱਕ ਆ ਜੀ। ਆਜ਼ਾਦੀ ਵਾਸਤੇ ਜਿਹੜੇ ਵੀ ਲੋਕ ਜਦੋਜਹਿਦ ਕਰਦੇ ਅਸੀਂ ਉਹਨਾਂ ਨੂੰ ਸਲੂਟ ਕਰਨੇ ਆ ਜੀ। ਆਜ਼ਾਦੀ ਲੈਣਾ ਉਹਨਾਂ ਦਾ ਹੱਕ ਆ। ਪਰ ਅਸੀਂ ਕਈ ਵਾਰੀ ਪਰਸਨਲ ਇੱਥੇ ਲੋਕਾਂ ਨੂੰ ਵੀ ਸੁਣੂਗਾ ਨਾ ਜੀ, ਕਿਉਂਕਿ ਬਹੁਤ ਇਨਸਾਨ ਆਪਣੇ ਬਾਹਰ ਇਹਨਾਂ ਮੁਲਕਾਂ ਦੇ ਵਿੱਚ ਵਸੇ ਹੋਏ ਆ ਜੀ। ਉਹਨਾਂ ਦਾ ਟੁਰਨੇ ਦਾ ਦੂਜਾ ਇੰਟਰਸਟ ਹੀ ਹੁੰਦਾ ਕਿ ਜੇ ਯੂਨਾਈਟਡ ਰਹੇ ਤਾਂ ਅਸੀਂ ਸੇਫ ਹਾਂ ਉੱਥੇ। ਹਾਂਜੀ ਜੀ, ਬਿਲਕੁਲ ਜੀ। ਥੈਂਕ ਯੂ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਵਾਂਸ ਅਗੇਨ ਕੰਗ੍ਰੈਚੁਲੇਸ਼ਨ ਕਿ ਆਈ ਵਿਸ਼ ਯੂ ਵੈਰੀ ਗੁੱਡ ਲੱਕ ਕਿ ਤੁਸੀਂ ਹੋਪਫੁਲੀ ਸਾਰੀ ਸਿੱਖ ਕੌਮ ਲਈ ਕੁਛ ਨਾ ਕੁਛ ਜ਼ਰੂਰ ਸਾਡੇ ਕਰੋ ਐਂਡ ਬਾਹਰ ਦੇ ਦਰਸ਼ਕਾਂ ਦੇ ਇਸੇ ਤਰ੍ਹਾਂ ਰੂਬਰੂ ਹੁੰਦੇ ਰਹੋ, ਆਪਣੇ ਵਿਚਾਰ ਸਾਂਝੇ ਕਰਦੇ ਰਹੋ। ਮੈਂ ਭੈਣ ਜੀ ਬਾਹਰ ਦੇ ਵੀਰਾਂ ਨੂੰ ਯਕੀਨ ਦਿਵਾਉਣਾ ਕਿ ਅਸੀਂ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗੇ। ਜੋ ਤੁਸੀਂ ਪੰਜਾਬ ਵਿੱਚ ਤਬਦੀਲੀ ਚਾਹੁੰਦੇ ਹੋ ਉਹ 2017 ਚ ਹਰ ਹਾਲਤ ਲਿਆਵਾਂਗੇ ਜੀ। ਮੈਨੂੰ 24 ਘੰਟੇ ਤੋਂ 20 ਘੰਟੇ ਸੜਕ ਤੇ ਰਹਿਣਾ ਪਏ, ਲੋਕਾਂ ਨੂੰ ਕਨਵਿੰਸ ਕਰਾਵਾਂਗੇ। ਔਰ ਦੋਵਾਂ ਪਾਰਟੀਆਂ ਤੋਂ ਜਿਨ੍ਹਾਂ ਨੇ ਪੰਜਾਬ ਲੁੱਟਿਆ ਤੇ ਕੁੱਟਿਆ, ਜਿਨ੍ਹਾਂ ਪੰਜਾਬ ਦੀ ਆਜ਼ਾਦੀ ਬੁਰੀ ਹਾਲਤ ਬਣਾ ਦਿੱਤੀ ਹੈ, ਇਹਨਾਂ ਤੋਂ ਪੰਜਾਬ ਨੂੰ ਫਰੀ ਕਰਾਵਾਂਗੇ ਜੀ। ਬਿਲਕੁਲ ਵੀਰ ਜੀ, ਦੈਟਸ ਅ ਹੋਪ ਵੀ ਹੈਵ ਫਰਮ ਯੂ ਵੀਰ ਜੀ। ਥੈਂਕ ਯੂ ਸੋ ਮਚ। ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ, ਇੱਥੇ ਤੁਹਾਡੇ ਕੋਲ ਇਜਾਜ਼ਤ ਲੈਣੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक तक। Keep watching News TV 84. We'll be right back after a short break.